ਸਤਿ ਸ਼੍ਰੀ ਅਕਾਲ। ਪੰਜਾਬ ਇਸ ਵੇਲੇ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਤੁਹਾਡੇ ਨਾਲ ਗਗਨਦੀਪ ਸਿੰਘ। ਪੰਜਾਬ ਇਸ ਵੇਲੇ ਦੇ ਵਿੱਚ ਗੱਲ ਕਰਦੇ ਹਾਂ ਪੰਜਾਬ ਦੀਆਂ ਖਾਸ ਖਬਰਾਂ ਦੀ। ਪੰਜਾਬ ਦੇ ਵਿੱਚ ਬੀਤੇ ਕਈ ਦਿਨਾਂ ਤੋਂ ਖੇਤੀ ਆਰਡੀਨੈਂਸਾਂ ਨੂੰ ਲੈ ਕੇ ਸਾਰੀਆਂ ਹੀ ਪਾਰਟੀਆਂ ਦੇ ਨੁਮਾਇੰਦਿਆਂ ਦੇ ਵੱਲੋਂ ਇਹਨਾਂ ਖੇਤੀ ਬਿੱਲਾਂ ਦਾ ਵਿਰੋਧ ਕੀਤਾ ਜਾ ਰਿਹਾ, ਜਿਸ ਦੇ ਵਿੱਚ ਭਾਜਪਾ ਨੂੰ ਛੱਡ ਕੇ ਬਾਕੀਆਂ ਸਾਰੀਆਂ ਹੀ ਪੰਜਾਬ ਦੀਆਂ ਪਾਰਟੀਆਂ ਤਤਪਰ ਨੇ। ਉਧਰ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਵੀ ਮੈਦਾਨ ਦੇ ਵਿੱਚ ਨੇ। ਨਵਜੋਤ ਸਿੰਘ ਸਿੱਧੂ ਦੇ ਵੱਲੋਂ ਪਹਿਲਾਂ ਅੰਮ੍ਰਿਤਸਰ ਦੇ ਵਿੱਚ ਰੋਡ ਸ਼ੋਅ ਕੀਤਾ ਗਿਆ ਸੀ, ਜਿਸ ਤੋਂ ਬਾਅਦ ਅੱਜ ਉਹ ਆਪਣੇ ਜੱਦੀ ਪਿੰਡ ਮਾਨਵਾਲਾ ਵਿੱਚ ਆਪਣੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਨ ਦੇ ਲਈ ਪਹੁੰਚੇ, ਜਿੱਥੇ ਉਹ ਇਸ ਤਰੀਕੇ ਨਾਲ ਗਰਜੇ ਨੇ ਕਿ ਉਹਨਾਂ ਨੇ ਕੇਂਦਰ ਸਰਕਾਰ ਦੀ ਹਰ ਇੱਕ ਪੈਂਤੜੇ ਦੇ ਬਾਰੇ ਆਪਣੇ ਪਿੰਡ ਦੇ ਨੌਜਵਾਨਾਂ ਅਤੇ ਕਿਸਾਨ ਵਰਗ ਨੂੰ ਸਮਝਾਇਆ ਹੈ कि जे मंडियां इन्होंने खत्म करतियां अपना अस्तित्व खत्म हो जू, अपना वजूद खत्म हो जू। और तुसीं ये भी याद रखियो कि जे थोड़ा रौला पै गया वड्डे पूंजीपति नाल, छोटा किसान है ਉਹਦੇ ਕੋਲ ਕਿਹੜੇ ਵਕੀਲ ਨੇ? ਜਦੋਂ ਕੰਟਰੈਕਟ ਸਾਈਨ ਹੋਊ ਉਹਨੂੰ ਕੀ ਪਤਾ ਹੈ ਵੀ ਕਿਹੜੀ ਕੁੰਡੀ ਕਿੱਥੇ ਪਈ ਹੈ? ਤੁਸੀਂ ਕਿਤੇ ਵੀ ਕਿਸੇ ਕੋਰਟ ਦੇ ਵਿੱਚ ਤੁਸੀਂ ਫਰਿਆਦ ਨਹੀਂ ਕਰ ਸਕੋਗੇ, ਕਿਉਂਕਿ ਡੀਸੀ ਤੇ ਐਸਡੀਐਮ ਦੇ ਕੋਲ ਕੇਸ ਜਾਊ ਔਰ ਡੀਸੀ ਤੇ ਐਸਡੀਐਮ उत्तों निर्देश आऊगा सेंटर दी सरकारां दी सुन के थोड़े जिहड़े चुने हुए नुमाइंदे ने उन्होंने नकारा करके रख देंगे, दर्शनी घोड़े बना के रख देंगे। एक बंदे दी थोड़े चुने बंदियां दी एक बंदे दी चलनी नहीं खत्म कर देंगे। पंजाबीयत के बोड़ नूं कट देंगे, साडी जड़ नूं वध देंगे, ओदे विच दीमक ला देंगे। मेरी गल नूं याद रखो, जे बोड़ भी होया उहनूं भी ढा देंगे, वंड देंगे। जिहड़ियां सरकारां उत्ते बैठियां ने वो पंजाबीयत नहीं मनदियां, पंजाबीयत जोड़दी है, जोड़दी वो तोड़दे ने, वो वंडदे ने, वो अड अड करके मारदे ने, वो डिवाइड एंड रूल करके मारदे ने। इस करके नवजोत सिंह सिद्धू इत्थे आया कि किसानी मरन नहीं देनी, आखिरी दम तक लड़ना है, आखिर तक लड़ना है, आपदी पग दे खातर लड़ना है, या कि गल च बूठा दे के इन्हां नूं मना लो। जोर पाउणा, इनकलाब लाना और संघर्ष करने चंगी गल है, या ते इन्हां नूं गल च बूठा दे के मना लो। ते जे मना नहीं सकदे ना ते फिर विरोधबंदी दे नाल मैं दसूं किवें विरोधबंदी दे नाल जे चलांगे ते फिर कोई होनी सेंटर दी सरकार अपने नाल टकरा नहीं सकूगी। याद रखियो भगत सिंह दा सुनेहा, पगड़ी संभाल जट्टा, पगड़ी संभाल होए, हुकूमतां ने अज तेरा लुट लिया मार होए। उधर खेती बिलों ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਵੀ ਮੈਦਾਨ ਦੇ ਵਿੱਚ ਨੇ। ਅੱਜ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਣਾ ਦੇ ਜਨਮ ਦਿਹਾੜੇ ਦੇ ਮੌਕੇ ਤੇ ਖਟਕੜ ਕਲਾਂ ਦੇ ਵਿੱਚ ਪਹੁੰਚੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਕੇਂਦਰ ਸਰਕਾਰ ਨੂੰ ਕਰੜੇ ਹੱਥੀ ਲਿਆ ਗਿਆ, ਜਿੱਥੇ ਉਹਨਾਂ ਨੇ ਕਿਹਾ ਕਿ ਖੇਤੀ ਆਰਡੀਨੈਂਸ ਕਿਸਾਨਾਂ ਦੇ ਉੱਤੇ ਥੋਪੇ ਨਹੀਂ ਜਾਣ ਦੇਵਾਂਗੇ। ਇਸ ਤੋਂ ਪਹਿਲਾਂ ਹੀ ਪੰਜਾਬ ਸਰਕਾਰ ਕਈ ਵੱਡੇ ਐਕਸ਼ਨ ਲੈ ਸਕਦੀ ਹੈ। ਧਰਨੇ ਧੁਰਨੇ ਨਾਲ ਕੋਈ ਨਹੀਂ ਹੁੰਦਾ। ਧਰਨੇ ਤਾਂ ਤੁਸੀਂ 5 ਮਿੰਟ ਜਾਓਗੇ, ਉੱਥੇ ਬਹਿ ਜਾਓਗੇ ਔਰ ਫਿਰ ਮੁੜ ਆਓਗੇ, ਉਹਦੇ ਨਾਲ ਕੋਈ ਕਾਨੂੰਨ ਨਹੀਂ ਚੇਂਜ ਹੁੰਦੀ। We have to challenge this issue legal constitutionally। ਪਹਿਲਾਂ ਤਾਂ ਅਸੀਂ ਇਹ ਕਰਾਂਗੇ, ਦੂਜੀਆਂ ਗੱਲਾਂ ਸੈਪਰੇਟ। ਜਿੱਥੇ ਤਾਂ ਲੀਡਰ ਅੱਗੇ ਚੱਲਣ ਵਾਲੀ ਗੱਲ ਹੈ ਕਿ ਕੀ ਕਰਨਾ ਹੈ, ਇਕੱਠੇ ਤੁਸੀਂ ਲੀਡ ਕਰੋ। ਮੈਂ ਤਾਂ ਤੁਹਾਨੂੰ ਆਪ ਹੀ ਕਹਿ ਕੇ ਹਟਿਆ, ਸਾਰੀਆਂ ਗੱਲਾਂ ਛੱਡੋ, ਸਿਆਸਤ ਛੱਡੋ, ਇਕੱਠੇ ਹੋਈਏ ਆਪਾਂ ਔਰ ਤੁਰੀਏ। ਆਈ ਐਮ ਵਿਲਿੰਗ ਟੂ ਡੂ ਦੈਟ, ਬਟ ਦੈਟ ਉਹਦੀ ਆਪਣੀ ਜਗ੍ਹਾ ਹੈ, ਸਿਆਸਤ ਦੀ ਆਪਣੀ ਜਗ੍ਹਾ ਹੈ ਔਰ ਲਾਅ ਦੀ ਆਪਣੀ ਜਗ੍ਹਾ ਹੈ, ਕਨਸਟੀਟਿਊਸ਼ਨ ਦੀ ਆਪਣੀ ਜਗ੍ਹਾ ਹੈ। ਇਹ ਦੋਨਾਂ ਨੂੰ ਅਸੀਂ ਸਾਈਮਲਟੇਨੀਅਸਲੀ ਅਗਰ ਲੋੜ ਪਵੇ, ਆਈ ਹੈਵ ਨੋ ਓਬਜੈਕਸ਼ਨ ਟੂ ਲੀਡ ਐਨੀਵਨ। ਬਈ ਹੁਣ ਤਾਂ ਐਕਟ ਬਣ ਗਿਆ, ਉਦੋਂ ਤਾਂ ਗੱਲ ਕਰ ਰਹੇ ਸੀ ਆਪਾਂ ਆਰਡੀਨੈਂਸ ਦੀ। ਆਰਡੀਨੈਂਸ ਤੋਂ ਬਾਅਦ ਬਿੱਲ ਵੀ ਆ ਗਿਆ, ਬਿੱਲ ਪਾਸ ਹੋ ਗਿਆ ਐਂਡ ਪ੍ਰੈਜ਼ੀਡੈਂਟ ਨੇ ਅਸੈਂਟ ਵੀ ਦੇਤੀ ਆਪਣੀ। ਉਹ ਤਾਂ ਹੁਣ ਇਟਸ ਨਾਓ ਅ ਲਾਅ, ਇਹ ਹੁਣ ਤਾਂ ਕਾਨੂੰਨ ਹੈ। ਹੁਣ ਆਪਾਂ ਜਾ ਕੇ ਧਰਨਾ ਕਿਹਦੇ ਸਾਹਮਣੇ ਕਰਾਂਗੇ, ਕੀ ਬਦਲਣਗੇ? ਯੂ ਕਾਂਟ ਚੇਂਜ ਦ ਲਾਅ। ਇੱਥੇ ਆਉਣ ਤੋਂ ਪਹਿਲਾਂ ਅਸੀਂ ਖਟਕੜ ਕਲਾਂ ਜਾ ਕੇ ਅੱਜ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਦੇ ਉੱਤੇ ਜਾ ਕੇ ਸ਼ਰਧਾ ਸੁਮਨ ਭੇਂਟ ਕਰਕੇ ਆਏ ਤੇ ਨਾਲ ਕਾਂਗਰਸ ਪਾਰਟੀ ਨੇ ਸੰਕਲਪ ਲਿਆ ਵੀ ਅੱਜ ਦੇ ਦਿਨ ਜੋ ਦੇਸ਼ ਦੇ ਅੰਦਰ ਹਾਲਾਤ ਬਣ ਰਹੇ ਹੈ, ਜਿਨ੍ਹਾਂ ਹਾਲਾਤਾਂ ਨੂੰ ਲੈ ਕੇ ਜਿੱਥੇ ਪੂਰੀ ਦੇਸ਼ ਦੀ ਅਖੰਡਤਾ ਨੂੰ ਖਤਰਾ ਪੈਦਾ ਹੋ ਰਿਹਾ, ਉੱਥੇ ਪੰਜਾਬ ਦੀ ਹੋਂਦ ਨੂੰ, ਪੰਜਾਬ ਦੀ ਕਿਸਾਨੀ ਨੂੰ ਤੇ ਪੰਜਾਬ ਦੇ ਅਰਥਚਾਰੇ ਨੂੰ ਜਿਸ ਤਰ੍ਹਾਂ ਦੇ ਹਾਲਾਤ ਬਣ ਰਹੇ, ਉਹਦੇ ਵਾਸਤੇ ਲੜਾਈ ਸੰਘਰਸ਼ ਜਾਰੀ ਰੱਖਣ ਦਾ ਸੰਕਲਪ ਲਿਆ। ਉਧਰ ਖੇਤੀ ਆਰਡੀਨੈਂਸਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਕਾਂਗਰਸ ਦੇ ਆਗੂ ਵੀ ਸਰਗਰਮ ਨਜ਼ਰ ਆ ਰਹੇ ਨੇ। ਪ੍ਰਤਾਪ ਸਿੰਘ ਬਾਜਵਾ ਅਤੇ ਸ਼ਮਸ਼ੇਰ ਸਿੰਘ ਦੂਲੋਂ ਦੇ ਵੱਲੋਂ ਅੱਜ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਖੇਤੀ ਬਿੱਲਾਂ ਦਾ ਗੱਜ ਕੇ ਵਿਰੋਧ ਕੀਤਾ ਗਿਆ ਹੈ। ਬੇਟਾ ਸਾਨੂੰ ਅਸੀਂ ਕਹਿੰਦੇ ਆ ਜੋ ਬਿਹਤਰ ਸਮਝਦੇ ਨੇ ਕਿਸਾਨ ਭਰਾ ਉਹ ਕਰ। ਜੇ ਸਿਆਸੀ ਪਾਰਟੀਆਂ ਨੂੰ ਉਹ ਵੀ ਸੱਚੇ ਨੇ
ਸਿਆਸੀ ਪਾਰਟੀਆਂ ਨੇ ਲੰਬਾ ਅਰਸਾ ਕਿਸਾਨਾਂ ਨੂੰ ਲਾਰੇ ਲੱਪੇ ਲਾਏ ਤੇ ਜਿਹੜੇ ਵਾਅਦੇ ਕੀਤੇ ਉਹ ਨਿਭਾਏ ਨਹੀਂ। ਉਹ ਵੀ ਸੱਚੇ ਨੇ, ਉਹ ਝੂਠੇ ਨਹੀਂ ਨੇ। ਅਸੀਂ ਕਹਿੰਦੇ ਤੁਸੀਂ ਆਪਣਾ ਕੰਮ ਕਰੋ, ਅਸੀਂ ਪਿੱਛੋਂ ਤੁਹਾਡੀ ਮਦਦ ਕਰ ਰਹੇ ਹਾਂ, ਅਸੀਂ ਵੀ ਅੱਗੇ ਲੱਗਾਂਗੇ। ਜਿੱਥੇ ਸਾਡੀ ਲੋੜ ਮਹਿਸੂਸ ਕਰੋਗੇ। ਰਾਜ ਸਭਾ 'ਚ ਮੈਂ ਲੀਡ ਸਪੀਕਰ ਸੀ ਕਾਂਗਰਸ ਦਾ, ਹਰ ਚੀਜ਼ ਅਸੀਂ ਗੱਲ ਕੀਤੀ ਹੈ। ਸਾਰਿਆਂ ਨੂੰ ਪਹਿਲੇ ਦੁੱਲੋ ਸਾਹਿਬ ਤੇ ਮੈਂ ਪਾਰਲੀਮੈਂਟ ਦੇ ਬਾਹਰ ਸੰਘਰਸ਼ ਕੀਤਾ, ਪਾਰਲੀਮੈਂਟ ਦੇ ਅੰਦਰ ਸੰਘਰਸ਼ ਕੀਤਾ। ਅੱਜ ਦਰਬਾਰ ਸਾਹਿਬ 'ਚ ਇਸ ਤੋਂ ਵੱਡੀ ਗੱਲ ਕੋਈ ਨਹੀਂ। ਅਸੀਂ ਦਰਬਾਰ ਸਾਹਿਬ ਦੇ ਵਿੱਚ ਜਿੱਥੇ ਉਹ ਸਾਰਿਆਂ ਨੂੰ ਵੱਡੀ ਤਾਕਤ ਮਾਨਵਤਾ ਨੂੰ ਮਿਲਦੀ ਹੈ, ਉੱਥੇ ਅਰਦਾਸ ਕੀਤੀ ਹੈ। ਕਿਹਦੇ ਵਾਸਤੇ ਕੀਤੀ ਹੈ? ਅਸੀਂ ਕਿਸਾਨ ਵੀਰਾਂ ਦੀ ਜਿੱਤ ਵਾਸਤੇ ਤੇ ਪੰਜਾਬ ਦੀ ਬਿਹਤਰੀ। ਜਿਹੜਾ ਇਹ ਕਾਨੂੰਨ ਬਣਾਇਆ ਹੈ ਕਿਸਾਨਾਂ ਦੇ ਖਿਲਾਫ ਔਰ ਖੇਤ ਮਜ਼ਦੂਰਾਂ ਨਾ ਸਿਰਫ ਕਿਸਾਨਾਂ ਦੇ ਖਿਲਾਫ ਹੀ ਨਹੀਂ, ਇਹ ਵਪਾਰੀਆਂ ਦੇ ਵੀ ਖਿਲਾਫ ਹੈ, ਆੜ੍ਹਤੀਆਂ ਦੇ ਵੀ ਖਿਲਾਫ ਹੈ, ਖੇਤ ਮਜ਼ਦੂਰਾਂ ਦੇ ਵੀ ਖਿਲਾਫ ਹੈ। ਔਰ ਸਟੇਟ ਦੀ ਜਿਹੜੀ ਇਕਨੋਮੀ ਹੈ, ਹਿੰਦੁਸਤਾਨ ਦੀ ਇਕਨੋਮੀ, ਇਹਦੇ 'ਤੇ ਇਫੈਕਟ ਪਏਗਾ। ਔਰ ਮੋਦੀ ਸਰਕਾਰ ਜਿਹੜੀ ਹੈ ਡਿਕਟੇਟਰਾਨਾ ਤੌਰ 'ਤੇ ਕੰਮ ਕਰ ਰਹੀ ਹੈ। ਸੰਵਿਧਾਨਕ ਦੇ ਤਹਿਤ ਜਿਹੜਾ ਫੈਡਰਲ ਢਾਂਚਾ ਹੈ, ਕੌਂਸਟੀਟਿਊਸ਼ਨ ਦੇ ਖਿਲਾਫ ਇਹ ਗੱਲਾਂ ਹੋ ਰਹੀ ਹੈ, ਜਿਹੜਾ ਕਿ ਗੈਰ ਕਾਨੂੰਨੀ ਆ। ਔਰ ਅੱਗੇ GST ਲਿਆ ਕੇ ਇਹਨਾਂ ਨੇ ਕੰਗਾਲ ਕਰਕੇ ਰੱਖ ਦਿੱਤਾ, ਕਿਉਂਕਿ ਇਹਨਾਂ ਦੀ ਸੋਚ ਹੈ ਕਿ ਸੈਂਟਰ ਦੇ ਹੱਥਾਂ ਵੱਲ ਚੱਕ ਕੇ ਪੰਜਾਬ ਦੀ ਜਦੋਂ ਹਿੰਦੁਸਤਾਨ ਭੁੱਖਾ ਮਰਦਾ ਸੀ ਤਾਂ ਪੰਜਾਬ ਦੇ ਵਿੱਚ MSP ਵਗੈਰਾ ਨਹਿਰੂ ਔਰ ਪ੍ਰਤਾਪ ਸਿੰਘ ਕੈਰੋਂ ਜੀ ਨੇ ਗਰੀਨ ਰੈਵੋਲੂਸ਼ਨ ਲਿਆਂਦਾ ਸੀ, ਜਿਹੜਾ ਇਹ ਹਿੰਦੁਸਤਾਨ ਦੇ ਬਾਕੀ ਸੂਬਿਆਂ ਦੇ ਲੋਕਾਂ ਦਾ, ਹਿੰਦੁਸਤਾਨ ਦੇ ਲੋਕਾਂ ਦਾ ਢਿੱਡ ਭਰਦਾ ਰਿਹਾ ਪੰਜਾਬ। ਅੱਜ ਜਿਹੜਾ ਇੰਨਾ ਸਰਪਲਸ ਹੋ ਗਿਆ, ਦੂਸਰੇ ਸੂਬਿਆਂ 'ਚ ਹੋਣ ਲੱਗ ਗਿਆ। ਇਸ ਕਰਕੇ ਇਹਨਾਂ ਦੀ ਨੀਤ 'ਚ ਫਰਕ ਹੈ। ਔਰ ਇਹ ਕਿਸਾਨੀ ਨੂੰ ਤਬਾਹ ਕਰਨਾ ਚਾਹੁੰਦੇ, ਕਿਸਾਨ ਨਹੀਂ ਤਬਾਹ ਹੋ ਗਿਆ, ਇਹ ਮੁਲਕ ਤਬਾਹ ਕਰਨ ਦੇ ਲੱਗੇ ਹੋਏ ਨੇ। ਇਸ ਲਈ ਅਸੀਂ ਤਾਂ ਅਪੀਲ ਕਰਨਾ ਆ ਕਿਸਾਨ ਜਥੇਬੰਦੀਆਂ ਨੂੰ ਵੀ ਔਰ ਪੋਲੀਟੀਕਲ ਪਾਰਟੀਆਂ ਨੂੰ ਔਰ ਸਾਰੇ ਲੋਕਾਂ ਨੂੰ, ਭਰਾਵਾਂ ਨੂੰ, ਵੱਖ-ਵੱਖ ਟ੍ਰੇਡਰਾਂ ਨੂੰ ਕਿ ਇੱਕ ਪਲੇਟਫਾਰਮ 'ਤੇ ਆਉਣ। ਜੇ ਜੰਗ ਜਿੱਤਣੀ ਹੈ, ਜੇ ਸੈਂਟਰ ਦੇ ਖਿਲਾਫ ਸੜਕਾਂ 'ਤੇ ਉਤਰਾਂਗੇ ਤਾਂ ਅਸੀਂ ਮਜਬੂਰ ਕਰ ਦਈਏ ਕਿ ਇਹ ਜਿਹੜਾ ਕਾਨੂੰਨ ਲਿਆਂਦਾ ਕਾਲਾ ਕਾਨੂੰਨ ਉਹ ਵਾਪਸ ਲਿਆ ਜਾਵੇ ਔਰ MSP ਜਿਹੜੀ ਹੈ ਕੰਟੀਨਿਊ ਕੀਤੀ ਜਾਵੇ। ਟ੍ਰੇਡਿੰਗ ਦਾ ਜਿਹੜਾ ਸਿਸਟਮ ਹੈ ਉਹਨੂੰ ਵੀ ਰੋਕਿਆ ਜਾਵੇ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਦੇ ਉੱਤੇ ਵਰਤੇ ਨਜ਼ਰ ਆਏ ਨੇ, ਜਿੱਥੇ ਉਹਨਾਂ ਨੇ ਗਰਮ ਬਿਆਨ ਦਿੰਦੇ ਹੋਏ ਕਿਹਾ ਕਿ ਜੇਕਰ ਭਾਜਪਾ ਦਾ ਸਾਥ ਦੇਣ ਦੀ ਗੱਲ ਢੀਂਡਸੇ ਉਹਨਾਂ ਦੇ ਵੱਲੋਂ ਕਹੀ ਗਈ ਹੈ ਤਾਂ ਪੰਜਾਬ ਦੇ ਲੋਕ ਉਹਨਾਂ ਨੂੰ ਕਦੇ ਬਖਸ਼ਣਗੇ ਨਹੀਂ। ਮੈਂ ਤੁਹਾਨੂੰ ਦੱਸਾਂ, BJP ਨਾਲ ਪਹਿਲੇ ਹੀ ਰਲੇ ਹੈ ਢੀਂਡਸਾ ਸਾਹਿਬ, ਮੌਕਾ ਲੱਭਦੇ ਹੈ। ਢੀਂਡਸਾ ਸਾਹਿਬ ਤੁਹਾਨੂੰ ਲੋਕਾਂ ਨੇ ਜੁੱਤੀਆਂ ਮਾਰਨੀਆਂ, ਮੈਂ ਤੁਹਾਨੂੰ ਇਹ ਗੱਲ ਦੱਸਦਾ। ਮੈਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੈ। ਸਾਡੀ ਸੂਰੀ ਪਾਰਟੀ ਨੇ ਇਕੱਠੇ ਬਹਿ ਕੇ ਫੈਸਲਾ ਕੀਤਾ, ਮੇਰਾ ਫੈਸਲਾ ਨਹੀਂ, ਸਾਰੀ ਪਾਰਟੀ ਦਾ ਫੈਸਲਾ। ਜੇ BJP ਵਾਪਸ ਨਹੀਂ ਲੈਂਦੀ ਤੇ ਯਾਰ ਨੀਤੀ ਰਹੇਗੀ। ਤੁਸੀਂ ਗੱਲ ਸਾਡੀ ਤਾਂ ਅਸੀਂ ਕਿਸਾਨ ਜਥੇਬੰਦੀਆਂ ਸਾਰੀ ਹਮ ਖਿਆਲ ਲੋਕਾਂ ਨਾਲ ਮੀਟਿੰਗ ਕਰਾਂਗੇ ਤੇ ਆਪਾਂ ਇਕੱਠੇ ਹੋਈਏ। ਮੈਂ ਸਾਰਿਆਂ ਨੂੰ ਬੇਨਤੀ ਕਰਦਾ ਆਪਾਂ ਸਾਰੇ ਇਕੱਠੇ ਹੋਈਏ। ਜਥੇਬੰਦੀਆਂ ਮੁੜ ਕੇ ਵਾਪਸ ਅਕਾਲੀ ਦਲ ਵੱਲ ਨੂੰ ਝੁਕ ਰਹੀਆਂ ਕਿ ਨਹੀਂ? ਯਾਰ ਮੈਂ ਕੋਈ ਆ ਜਿਹੜੀ ਲੜਾਈ ਵਿੱਚ ਮੈਂ ਸਭ ਤੋਂ ਪਹਿਲੇ ਕਹਿਣਾ, ਸਾਨੂੰ ਕਿਸੇ ਅਗਵਾਈ ਕਰਨ ਦੀ ਸਾਡਾ ਮਨਸ਼ਾ ਨਹੀਂ ਹੈ। ਅਸੀਂ ਤਾਂ ਮਗਰ ਲੱਗਣ ਵਾਲੇ ਹਾਂ। ਸਾਡੀ ਸਾਰੀ ਪਾਰਟੀ ਦੀ ਲੀਡਰਸ਼ਿਪ ਮਗਰ ਲੱਗੂਗੀ। ਮੈਂ ਸਾਰਾ ਬੇਨਤੀ ਕਰਦਾ, ਅਸੀਂ ਮਗਰ ਲੱਗਾਂਗੇ। ਸਾਰੀ ਜਥੇਬੰਦੀ ਨੂੰ ਤੁਸੀਂ ਅੱਗੇ ਲੱਗੋ, ਅਸੀਂ ਤੁਹਾਡੇ ਮਗਰ ਲੱਗਦੇ ਹਾਂ। ਆਪਾਂ ਇਕੱਠੇ ਹੋ ਕੇ ਨਿਸ਼ਾਨਾ ਇੱਕ ਰੱਖੀਏ ਕਿ ਦਿੱਲੀ ਦਾ ਤਖਤ ਨੂੰ ਹਿਲਾਈਏ। ਜਿਹੜੇ ਇੰਨੀ ਬੈਠੇ ਕਿ ਅਸੀਂ ਐਕਟ ਬਣਾਇਆ ਮੋਦੀ ਸਾਹਿਬ ਨੇ, ਜਦੋਂ ਤੱਕ ਉਹਨਾਂ ਨੇ ਹਿਲਾਉਂਦੇ ਤੇ ਵਾਪਸ ਨਹੀਂ ਲੈਂਦੇ, ਆਪਾਂ ਇਕੱਠੇ ਹੋ ਕੇ ਲੜਾਈ ਲੜੀਏ। ਅਸੀਂ ਮਗਰ ਲੱਗਾਂਗੇ। ਉਧਰ ਯੂਥ ਕਾਂਗਰਸ ਦੇ ਆਗੂਆਂ ਦੇ ਵੱਲੋਂ ਦਿੱਲੀ ਦੇ ਵਿੱਚ ਖੇਤੀ ਆਰਡੀਨੈਂਸਾਂ ਦਾ ਵਿਰੋਧ ਕੀਤਾ ਗਿਆ, ਜਿਸ ਇਹ ਸਾਡਾ ਇੱਕ ਸਿੰਬੋਲਿਕ ਪ੍ਰੋਟੈਸਟ ਸੀ। ਅਸੀਂ ਇੱਕ ਕੋਸ਼ਿਸ਼ ਕਰ ਰਹੇ ਸੀਗੇ ਵੀ ਇਸ ਗੂੰਗੀ ਬਹਿਰੀ ਸਰਕਾਰ ਨੂੰ ਜਗਾ ਸਕੀਏ। ਔਰ ਭਗਤ ਸਿੰਘ ਜੀ ਤੋਂ ਵਧੀਆ ਕੋਈ ਦਿਨ ਨਹੀਂ ਸੀਗਾ ਜੋ ਕਿ ਬਿਨਾਂ ਅਸੀਂ ਇਹਨਾਂ ਦਾ ਨੁਕਸਾਨ ਕੀਤੇ, ਬਿਨਾਂ ਕੋਈ ਕਿਸੇ ਚੀਜ਼ ਨੂੰ ਉਹ ਕਰਕੇ ਅਸੀਂ ਇੱਕ ਸਿੰਬੋਲਿਕ ਤਰੀਕੇ ਨਾਲ ਇੰਡੀਆ ਗੇਟ ਦੇ ਅੱਗੇ, ਜਿੱਥੇ ਜੈ ਜਵਾਨ ਜੈ ਕਿਸਾਨ ਦਾ ਨਾਰਾ ਸੀ, ਉੱਥੇ ਅਸੀਂ ਜਾ ਕੇ ਜੋ ਕਿਸਾਨੀ ਦਾ ਸਿੰਬਲ ਆ, ਜੋ ਕਿਸਾਨੀ ਦੇ ਨਾਲ ਜਾਣਿਆ ਜਾਂਦਾ ਟਰੈਕਟਰ, ਇੱਕ ਸਿੰਬੋਲਿਕ ਤੌਰ ਦੇ ਉੱਤੇ ਜਿਹੜਾ ਸਾਨੂੰ ਇਹਨਾਂ ਨੇ ਸ਼ੰਭੂ ਬੈਰੀਅਰ ਤੇ ਵੀ ਸਾਡਾ ਰੋਕਿਆ ਸੀ, ਜਿਹੜਾ ਅਸੀਂ ਇਸੇ ਪੱਖੋਂ ਲਿੱਤਾ ਸੀਗਾ ਵੀ ਜਿਨ੍ਹਾਂ ਨੇ ਕਿਸਾਨੀ ਫੂਕਤੀ। ਮੋਦੀ ਸਾਹਿਬ ਆ ਵੇਖੋ ਟਰੈਕਟਰ ਫੂਕੇ ਜਾ ਰਹੇ ਆ, ਬੇਸਿਕਲੀ ਕਿਸਾਨੀ ਫੂਕੀ ਜਾ ਰਹੀ ਆ। ਸੋ ਇਸ ਕਰਕੇ ਅਸੀਂ ਉਹੀ ਪ੍ਰੋਟੈਸਟ ਅੱਜ ਇੱਥੇ ਦਿੱਲੀ ਲੈ ਕੇ ਆਉਂਦਾ। ਸਾਨੂੰ ਇਹਨਾਂ ਨੇ ਬੜੀ ਵਾਰ ਰੋਕਿਆ, ਲੇਕਿਨ ਅੱਜ ਆ ਕੇ ਅਸੀਂ ਇੱਥੇ ਟਰੈਕਟਰ ਫੂਕਿਆ ਔਰ ਆਪਣਾ ਜਿਹੜਾ ਪ੍ਰੋਟੈਸਟ ਆ ਉਹ ਜ਼ਾਹਿਰ ਕੀਤਾ। ਤੁਸੀਂ ਜਗ੍ਹਾ ਸਹੀ ਚੁਣੇ, ਆਪਕੋ ਲਗਾ ਜਗ੍ਹਾ ਕੋਈ ਹੋਰ ਹੋ ਸਕਦੀ ਸੀ? ਉਸ ਤੋਂ ਬੈਟਰ ਜਗ੍ਹਾ ਹੀ ਨਹੀਂ ਹੈ। ਜੈ ਜਵਾਨ ਜੈ ਕਿਸਾਨ ਦਾ ਨਾਰਾ ਉੱਥੇ ਦਿੱਤਾ ਗਿਆ ਸੀਗਾ ਔਰ ਅਸੀਂ ਉਹੀ ਦੱਸ ਰਹੇ ਹਾਂ। ਉਹ ਜੈ ਜਵਾਨ ਜੈ ਕਿਸਾਨ ਦਾ ਨਾਰਾ ਯਾਦ ਕਰਾ ਰਹੇ
ਵੀ ਉਹ ਜੈ ਜਵਾਨ ਜੈ ਕਿਸਾਨ ਦਾ ਨਾਰਾ ਕਿੱਥੇ ਸੀਗਾ? ਉੱਥੇ ਸੀਗਾ ਇੰਡੀਆ ਗੇਟ ਦੇ ਵਿੱਚ, ਉੱਥੇ ਲਿਖਿਆ ਹੋਇਆ ਜੈ ਜਵਾਨ ਜੈ ਕਿਸਾਨ। ਔਰ ਅੱਜ ਅਸੀਂ ਉਹੀ ਮੋਦੀ ਸਾਹਿਬ ਨੂੰ ਯਾਦ ਕਰਾਇਆ ਵੀ ਉਹ ਜੈ ਕਿਸਾਨ ਜਿਹੜਾ ਸੀਗਾ ਨਾ, ਮੋਦੀ ਸਾਹਿਬ ਅੱਜ ਤੁਸੀਂ ਨਾ ਜੈ ਜਵਾਨ ਕਰ ਰਹੇ ਹੋ ਤੇ ਨਾ ਤੁਸੀਂ ਜੈ ਕਿਸਾਨ ਕਰ ਰਹੇ ਹੋ। ਅਗਰ ਅੱਜ ਤੁਸੀਂ ਜੈ ਜਵਾਨ ਵੀ ਕਰਦੇ ਤੇ ਚਾਈਨਾ ਦੇ ਵਿੱਚ ਆਪਣਾ ਬਾਰਡਰ ਦੇ ਉੱਤੇ ਤੁਸੀਂ ਫੌਜੀਆਂ ਦਾ ਹੌਸਲਾ ਬੁਲੰਦ ਕਰਦੇ, ਤੁਸੀਂ ਕਿਸਾਨਾਂ ਦਾ ਵੀ ਹੌਸਲਾ ਬੁਲੰਦ ਕਰਦੇ, ਤੁਸੀਂ ਉਹਨਾਂ ਨਾਲ ਗੱਲ ਕਰਦੇ। ਤੁਸੀਂ ਦੋਵਾਂ ਨੂੰ ਭੁੱਲ ਚੁੱਕੇ ਹੋ, ਜਵਾਨੀ ਭੁੱਲ ਗਏ, ਕਿਸਾਨੀ ਭੁੱਲ ਗਏ। ਉਧਰ ਕਿਸਾਨ ਯੂਨੀਅਨਾਂ ਦੇ ਵੱਲੋਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਹੁਣਾਂ ਦਾ ਜਨਮ ਦਿਨ ਮਨਾਇਆ ਗਿਆ, ਜਿਸ ਮੌਕੇ ਦੇ ਉੱਤੇ ਉਹਨਾਂ ਨੇ ਖੇਤੀ ਆਰਡੀਨੈਂਸਾਂ ਦਾ ਵਿਰੋਧ ਵੀ ਕੀਤਾ ਅਤੇ ਕਿਹਾ ਕਿ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਹੁਣਾਂ ਦੀ ਸੋਚ ਦੇ ਉੱਤੇ ਸਦਾ ਪਹਿਰਾ ਦਿੰਦੇ ਰਹਾਂਗੇ। ਅੱਜ ਸਾਡੇ ਉਸ ਮਹਾਨ ਸ਼ਹੀਦ ਦਾ ਜਿਹੜਾ ਜਨਮ ਦਿਨ ਹੈ ਭਗਤ ਸਿੰਘ ਦਾ, ਉਹਨੂੰ ਅਸੀਂ ਸਿਜਦਾ ਕਰਨ ਆਏ ਹਾਂ। ਸਰਦਾ ਤੇ ਸਤਿਕਾਰ ਭੇਟ ਕੀਤਾ ਗਿਆ ਸਾਰੀ ਜਥੇਬੰਦੀ ਨੇ। ਅਸੀਂ ਅਹਿਦ ਕੀਤਾ ਗਿਆ, ਅਸੀਂ ਪਰਨ ਲਿਆ ਗਿਆ ਅੱਜ ਵੀ ਜਿਹੜੀ ਇਹ ਆਰਡੀਨੈਂਸਾਂ ਦੀ ਲੜਾਈ ਆ, ਕਿਉਂਕਿ ਤਿੱਖੀ ਹੋ ਚੁੱਕੀ ਹੈ। ਜਿੱਥੇ ਨਰਿੰਦਰ ਮੋਦੀ ਨੇ ਸਾਡੇ ਨਾਲ ਡਿਕਟੇਟਰ ਦੇ ਰਾਹੀਂ ਜਿਹੜਾ ਡੈਮੋਕ੍ਰੇਸੀ ਦਾ ਘਾਣ ਕਰਕੇ ਇਹ ਆਰਡੀਨੈਂਸ ਲੈ ਕੇ ਆਉਂਦੇ ਆ, ਜਦੋਂ ਪੰਜਾਬ ਦੇ ਕਿਸਾਨ, ਹਰਿਆਣੇ ਦੇ ਕਿਸਾਨ ਸੜਕਾਂ 'ਤੇ ਆ, ਫਿਰ ਵੀ ਇਹਨੇ ਆਰਡੀਨੈਂਸ ਲਾਗੂ ਕਰਿਆ। ਇੱਥੇ ਹੀ ਬਸ ਨਹੀਂ, ਜਿੱਥੇ ਪਾਰਲੀਮੈਂਟ 'ਚ ਪਾਸ ਹੋ ਚੁੱਕੇ ਆ, ਉੱਥੇ ਰਾਜ ਸਭਾ ਦੇ ਵਿੱਚ ਇਹਦਾ ਜਿਹੜਾ ਕੌਰਮ ਉਹ ਵੀ ਨਹੀਂ ਪੂਰਾ ਸੀਗਾ। ਉੱਥੇ ਵਿਰੋਧੀ ਧਿਰ ਸਟਰੋਂਗ ਸੀਗੀ, ਕਿਉਂਕਿ 243 ਚੋਂ 110 ਜਿਹੜੇ ਰਾਜ ਸਭਾ ਮੈਂਬਰੀ ਸੀ। ਉੱਥੇ ਵੀ ਇਹਨੇ ਸਰੇਆਮ ਲੋਕਤੰਤਰ ਦਾ ਘਾਣ ਕੀਤਾ ਗਿਆ। ਅਸੀਂ ਆਉਣ ਵਾਲੇ ਸਮੇਂ 'ਚ ਜੋ ਅੱਜ ਸਾਨੂੰ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਤੇ ਇਹ ਸਰਕਾਰਾਂ ਵੱਲੋਂ ਇੱਕ ਤੋਹਫਾ ਦਿੱਤਾ ਗਿਆ, ਸਾਨੂੰ ਕਾਨੂੰਨ ਸਾਡੇ ਤੇ ਥੋਪਿਆ ਗਿਆ, ਨਾ ਕਿ ਲਾਗੂ ਕੀਤਾ ਗਿਆ। ਇਹਦੇ ਵਿੱਚ ਕੋਈ ਕਿਸਾਨ ਨਾ ਕੋਈ ਨੌਜਵਾਨ ਇਹਦੇ ਨਾਲ ਸਹਿਮਤ ਨਹੀਂ। ਅਸੀਂ ਅਡਾਨੀਆਂ ਤੇ ਅੰਬਾਨੀਆਂ ਨੂੰ ਕਹਿ ਦੇਣਾ ਚਾਹੁੰਦੇ ਹਾਂ ਵੀ ਆਉਣ ਵਾਲੇ ਸਮੇਂ 'ਚ ਤੁਹਾਡੇ ਪੰਪਾਂ ਦਾ ਵੀ ਬਾਈਕਾਟ ਕਰਾਂਗੇ। ਇਹ ਆਪਦੀ ਵੋਟਾਂ ਖਾਤਰ ਫਿਰਦੇ ਆ, ਨਾ ਕਿ ਕਿਸਾਨਾਂ ਖਾਤਰ। ਅੱਜ ਤੋਂ 3-4 ਮਹੀਨੇ ਪਹਿਲਾਂ ਹੀ ਸਿਮਰਤ ਕੌਰ ਬਾਦਲ ਜਾਂ ਪ੍ਰਕਾਸ਼ ਸਿੰਘ ਬਾਦਲ ਜਾਂ ਸੁਖਬੀਰ ਇਹ ਕਹਿੰਦੇ ਸੀਗੇ ਵੀ ਇਹ ਕਿਸਾਨਾਂ ਖਾਤਰ ਵਧੀਆ ਚੀਜ਼ ਹੈ। ਅੱਜ ਜਦ ਹੁਣ ਇਹਨਾਂ ਨੂੰ ਪਤਾ ਲੱਗ ਗਿਆ ਵੀ 31 ਕਿਸਾਨ ਬੰਦੀਆਂ ਇਕੱਠੇ ਹੋ ਗਿਆ, ਹਰ ਘਰ ਦਾ ਬੱਚਾ ਇਕੱਠਾ ਹੋ ਗਿਆ ਰੋਡ ਤੇ, ਤਾਂ ਇਹਨਾਂ ਨੂੰ ਆਪ ਦਾ ਜਿਹੜਾ ਵੋਟ ਬੈਂਕ ਆ ਉਹਦਾ ਖਤਰਾ ਹੋ ਗਿਆ। ਤਾਂ ਇਹਨਾਂ ਨੇ ਅਸਤੀਫਾ ਦਿੱਤਾ, ਤਾਂ ਇਹਨਾਂ ਨੇ ਗੱਠਜੋੜ ਤੋੜਿਆ। ਨਹੀਂ ਭਰਾਵੋ, ਇਹਨੂੰ ਜੋੜਦੇ ਨਹੀਂ। ਇਹ ਵੀ ਇੱਕ ਸਟੰਟ ਹੋ ਸਕਦਾ ਵੀ ਉਹਨਾਂ ਨੇ ਅੰਦਰ ਖਾਤੇ ਬੰਧਨਾ ਰੱਖੀ ਹੋਵੇ, ਉੱਤੋਂ ਲੋਕਾਂ ਨੂੰ ਦਿਖਾਉਣ ਖਾਤਰ ਇਹਨਾਂ ਨੇ ਕਿਸੇ ਚਾਲ ਕੀਤੀ ਹੋਵੇ ਵੀ ਲੋਕਾਂ ਨੇ ਸਾਨੂੰ ਪਿੰਡ ਵੜਨ ਨਹੀਂ ਦੇਣਾ, ਤਾਂ ਇਹ ਲੋਕ ਚਾਲਾਂ ਕਰ ਰਹੇ ਆ। ਉਧਰ ਲੁਧਿਆਣਾ ਦੇ ਵਿੱਚ ਵੀ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ ਗਿਆ, ਜਿਸ ਮੌਕੇ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਯੂਥ ਦੇ ਆਗੂਆਂ ਦੇ ਵੱਲੋਂ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਨੂੰ ਕੇਂਦਰ ਸਰਕਾਰ ਦੇ ਵੱਲੋਂ ਸ਼ਹੀਦ ਦਾ ਦਰਜਾ ਦਿਵਾਉਣ ਦੀ ਗੱਲ ਕਹੀ ਗਈ ਹੈ। ਉਹਨਾਂ ਦਾ ਕਹਿਣਾ ਸੀ ਕਿ ਲਗਾਤਾਰ ਉਹਨਾਂ ਦੇ ਵੱਲੋਂ ਪ੍ਰਧਾਨ ਮੰਤਰੀਆਂ ਨੂੰ ਵੀ ਚਿੱਠੀਆਂ ਲਿਖੀਆਂ ਜਾਂਦੀਆਂ ਨੇ, ਪਰ ਕੋਈ ਵੀ ਉਹਨਾਂ ਦੀ ਗੱਲ ਦੇ ਉੱਤੇ ਸੁਣਵਾਈ ਨਹੀਂ ਕਰਦਾ। ਅੱਜ ਸ਼ਹੀਦ ਭਗਤ ਸਿੰਘ ਜੀ ਦਾ ਜਨਮ ਦਿਨ ਮਨਾਉਣਾ ਹੈ ਜੀ 113ਵਾਂ ਯੂਥ ਅਕਾਲੀ ਦਲ ਵੱਲੋਂ, ਜਿੱਥੇ ਵਧਾਈ ਹੈ ਸਮੁੱਚੇ ਸੰਸਾਰ ਨੂੰ, ਕਿਉਂਕਿ ਬਹੁਤ ਆਈਡਲ ਮੰਨਦੇ ਸਰਦਾਰ ਭਗਤ ਸਿੰਘ ਨੂੰ। ਉੱਥੇ ਦੁੱਖ ਇਹ ਹੁੰਦਾ ਕਿ ਹਰ ਵਾਰ ਅਸੀਂ ਜਦੋਂ ਜਨਮ ਦਿਨ ਹੁੰਦਾ ਜਾਂ ਸ਼ਹੀਦੀ ਦਿਹਾੜਾ ਹੁੰਦਾ, ਅਸੀਂ ਆਉਂਦੇ ਹਾਂ ਤੇ ਅਸੀਂ ਇਸ ਤੋਂ ਪਹਿਲਾਂ ਖੂਨ ਦੀਆਂ ਚਿੱਠੀਆਂ ਵੀ ਪ੍ਰਧਾਨ ਮੰਤਰੀ ਜੀ ਮਨਮੋਹਨ ਸਿੰਘ ਜੀ ਨੂੰ ਲਿਖ ਚੁੱਕੇ ਹਾਂ। ਨਰਿੰਦਰ ਮੋਦੀ ਨੇ ਵੀ ਚਿੱਠੀ ਲਿਖ ਚੁੱਕੇ ਕਿ ਇਹਨਾਂ ਨੂੰ ਕੌਮੀ ਸ਼ਹੀਦ ਦਾ ਦਰਜਾ ਦਿੱਤਾ ਜਾਵੇ, ਕਿਉਂਕਿ ਇਹਨਾਂ ਨੇ ਹਿੰਦੁਸਤਾਨ ਨੂੰ ਆਜ਼ਾਦ ਕਰਾਉਣ ਵਾਸਤੇ ਸਭ ਤੋਂ ਵੱਡਾ ਬਲਿਦਾਨ ਦਿੱਤਾ। ਕਰਤਾਰ ਸਿੰਘ ਸਰਾਭਾ ਵਰਗੇ, ਇਹਨਾਂ ਨੂੰ ਲਾਲਾ ਲਾਜਪਤ ਰਾਏ ਵਰਗੇ, ਸੁਖਦੇਵ ਜੀ, ਥਾਪਰ ਸਾਹਿਬ, ਇਹ ਸਾਰਿਆਂ ਨੂੰ ਅੱਜ ਤੱਕ ਕੌਮੀ ਸ਼ਹੀਦ ਦਾ ਦਰਜਾ ਨਹੀਂ ਦਿੱਤਾ। ਪਰ ਇਹਨਾਂ ਦੀਆਂ ਸ਼ਹਾਦਤਾਂ ਤੇ ਲੀਡਰੀਆਂ ਬੜੀਆਂ ਲੋਕਾਂ ਨੇ ਕੀਤੀਆਂ, ਤੇ ਅਸੀਂ ਬੇਨਤੀ ਕਰਾਂਗੇ ਹੁਣ ਸ਼ਹਾਦਤਾਂ ਦਾ ਟਾਈਮ ਦੇ ਉੱਤੇ ਇਹਨਾਂ ਨੂੰ ਕੌਮੀ ਸ਼ਹੀਦ, ਇਹ ਨਹੀਂ ਵੀ ਉਹਨਾਂ ਨੂੰ ਜ਼ਰੂਰਤ ਹੈ, ਸਾਨੂੰ ਜ਼ਰੂਰਤ ਹੈ, ਕਿਉਂਕਿ ਸਾਡੇ ਜਿਹੜੇ ਜਿੰਨੇ ਵੀ ਨੌਜਵਾਨ ਅੱਜ ਚਾਹੇ ਆਉਣ ਵਾਲੇ ਟਾਈਮ 'ਚ ਜਿੰਨੇ ਵੀ ਨੌਜਵਾਨ ਹੈ ਉਹਨਾਂ ਦੇ ਆਈਡਲ ਹੈ, ਤੇ ਜਿਨ੍ਹਾਂ ਨੇ ਦੇਸ਼ ਆਜ਼ਾਦ ਕੀਤਾ ਹੋਵੇ ਉਹਨਾਂ ਨੂੰ ਅੱਜ ਤੱਕ ਕੌਮੀ ਸ਼ਹੀਦ ਦਾ ਦਰਜਾ ਨਾ ਦਿੱਤਾ ਹੋਵੇ ਤੇ ਆਪ ਕੁਰਸੀਆਂ ਦਾ ਆਨੰਦ ਮਾਣਦੇ ਹੋਣ, ਤੇ ਮੈਂ ਸਮਝਦਾ ਇਹ ਇਨਸਾਫ ਨਹੀਂ ਹੈਗਾ। ਬਿਲਕੁਲ ਜੀ, ਮੈਂ ਤੁਹਾਨੂੰ ਪਹਿਲਾਂ ਵੈਸੇ ਖੂਨ ਭਰੀ ਚਿੱਠੀ ਲਿਖੇ ਸੀ, ਆਪਣੇ ਖੂਨ ਨਾਲ ਚਿੱਠੀ ਲਿਖ ਕੇ ਪ੍ਰਧਾਨ ਮੰਤਰੀ ਨੂੰ ਭੇਜੀ ਆ, ਉਸ ਤੋਂ ਬਾਅਦ ਨਰਿੰਦਰ ਮੋਦੀ ਨੂੰ ਭੇਜੀ ਆ। ਹੁਣ ਵੀ ਅਸੀਂ ਹਰ ਵਾਰ ਕਹਿੰਦੇ ਹਾਂ ਤੇ ਅਸੀਂ ਇਹਦਾ ਉੱਤੇ ਬਹੁਤ ਵੱਡਾ ਹੁਣ ਅੱਗੇ ਪਲਾਨ ਬਣਾ ਰਹੇ ਹਾਂ ਤਾਂ ਜੋ ਇਹਨਾਂ ਨੂੰ ਬਣਾਉਣਾ ਪਵੇ। ਹੁਣ ਸੰਘਰਸ਼ ਦੇ ਉੱਤੇ ਜਾਰੀ ਹੋਣਾ। ਮੈਂ ਸਮਝਦਾ ਵੀ ਕਿਸਾਨਾਂ ਦੀ ਗੱਲ ਆਪਾਂ ਬਾਰ-ਬਾਰ ਕਰਦੇ, ਉਹਨਾਂ ਦੀ ਇੱਕ ਪਾਰਟੀ ਦਾ ਨਾਮ ਕਿਸਾਨ ਕੀਰਤੀ ਪਾਰਟੀ ਵੀ ਸੀਗਾ, ਹਿੰਦੁਸਤਾਨ ਰਿਪਬਲਿਕ ਪਾਰਟੀ, ਤੇ ਕਿਸਾਨਾਂ ਦੀ ਗੱਲ ਕੀਤੀ ਗਈ ਸੀ। ਪਰ ਅੱਜ ਕਿਸਾਨ ਵੀ ਮਰ ਰਿਹਾ ਤੇ ਨੌਜਵਾਨ ਵੀ ਮਰ ਰਿਹਾ ਦੇਸ਼ ਦਾ, ਤੇ ਹਿਰਦੇ ਵੀ ਬਲੁੰਦਰੇ, ਤੇ ਮੈਂ ਸਮਝਦਾ ਇਸ ਤੋਂ ਵੱਡਾ ਸਾਡੇ ਵਾਸਤੇ ਮਾੜਾ ਕੰਮ ਨਹੀਂ ਹੋ ਸਕਦਾ। ਤੇ ਹੁਣ ਨਜ਼ਰ ਮਾਰਦੇ ਹਾਂ ਪੰਜਾਬ ਦੇ ਸਿਆਸੀ ਬਿਆਨਾਂ ਤੇ। देखिए, आज मुख्यमंत्री कैप्टन अमरिंदर सिंह, हरीश रावत, सुनील जाखड़ की अगुवाई में तमाम एमएलए, तमाम मंत्री, तमाम मेंबर पार्लियामेंट आज वहाँ पर हम जा रहे हैं शहीद आजम भगत सिंह के जन्मदिन पर, और वहाँ जाकर के माथा टेकने के लिए हम जा रहे हैं, श्रद्धांजलि देने जा रहे हैं कि सरफरोशी की तमन्ना अब हमारे दिल में है, देखना है जोर कितना बाजुए का दिल में है। उसके बाद सीएलपी की मीटिंग होगी, और सीएलपी की मीटिंग के बाद मुख्यमंत्री कैप्टन अमरिंदर सिंह की अगुवाई में किसानों के हक में
और नरेंद्र मोदी सरकार के खिलाफ कांग्रेस पार्टी आर पार की लड़ाई का बिगल बजाएगी। आज का दिन हमारे लिए बहुत महत्वपूर्ण है। आज के दिन पंजाब उस चैलेंज को कबूल करेगा जो केंद्र की जालिम सरकार ने लागू किया है। ਜਿਹੜਾ किसान जिन्हों दिन रात मेहनत करके आज अपनी फसल की कटाई करनी हैगी, आज अपने साल भर की आमदन की राखी करनी है, वो सब छड़ के जे गरीब मातावां, नौजवान वीर, बुजुर्ग किसान जे आज बैठे हुए ने सड़कों 'ਚ ਧਰਨਿਆਂ वास्ते ਤੇ ਕੀ ਫਸਲ ਕੀ ਕਿਸੇ ਦਾ ਫਰਜ਼ ਨਹੀਂ ਬਣਦਾ ਕਿ ਜਾ ਕੇ ਉਹਨਾਂ ਦੇ ਨਾਲ ਗੱਲ ਕਰਨ। ਅੱਜ ਮੀਡੀਆ ਨਾਲ ਗੱਲ ਕਰਨਾ, ਟੈਲੀਵਿਜ਼ਨਾਂ ਤੋਂ ਗੱਲ ਕਰਨਾ, ਰੇਡੀਓ ਤੋਂ ਗੱਲ ਕਰਨਾ ਇੱਕ ਪਾਸੇ ਗੱਲ ਨਹੀਂ। ਅੱਜ ਵਾਰਤਾਲਾਪ ਤੋਂ ਉਹਨਾਂ ਦੀ ਗੱਲ ਸੁਣਨ ਦਾ ਸਮੇਂ ਕਿਉਂ ਨਹੀਂ ਆ ਕੇ ਸੁਣਦੇ ਨੇ। ਮੈਂ ਬਾਜਵਾ ਨੂੰ ਕਹਿੰਦੀ ਹਾਂ ਇਹਦੇ ਵਿੱਚ ਤੁਹਾਨੂੰ ਵੀ ਓਨੀ ਚਿੰਤਾ ਹੈ, ਮੈਨੂੰ ਭਰੋਸਾ ਹੈ ਤੁਸੀਂ ਵੀ ਪੰਜਾਬ ਦਾ ਪਾਣੀ ਪੀਤਾ, ਤੁਹਾਨੂੰ ਵੀ ਓਨੀ ਚਿੰਤਾ ਹੈ, ਲੇਕਿਨ ਸ਼ਾਇਦ ਤੁਹਾਨੂੰ ਪਾਰਟੀ ਜਾਂ ਕੁਰਸੀ ਜਾਂ ਅਹੁਦਾ ਕਿਸ ਚੀਜ਼ ਤੋਂ ਤੁਸੀਂ ਡਰਦੇ ਹੋ। ਸਾਡੇ ਨਾਲ ਲੱਗੋ, ਇਹ ਤੁਹਾਡੇ ਭਵਿੱਖ ਦਾ ਵੀ ਸਵਾਲ ਹੈ। ਪੰਜਾਬ ਇਸ ਵੇਲੇ ਦੇ ਵਿੱਚ ਫਿਲਹਾਲ ਦੇ ਲਈ ਇੰਨਾ ਹੀ। ਫਿਰ ਮੁੜ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ਾ ਅਪਡੇਟਸ ਦੇ ਨਾਲ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਧੰਨਵਾਦ।